हेलो डियर स्टूडेंट्स, वेलकम टू ऑनलाइन क्लास। अज आप करांगे 8वीं क्लास का लास्ट पार्ट है, पाठ 22वां गरीब निवाज। ये अपनी 8वीं क्लास की पंजाबी की बुक का लास्ट पार्ट है। अपने 22 पाठ पूरे हो जाएंगे। शुरू करते हाँ इस पाठ का सार। इकांगी के शुरू में बहुत फकीर साईं ते गरीब मंगते बड़े हैं। उत्थे भीड़ बहुत ज़्यादा है, कुछ तो रोटियां फड़ी बैठे ते खुश नज़र आ रहे हैं। थोड़ी दूर ते एक सेवादार खड़ा है। उसका पहरावा बड़ा ही सादा है। एक मंगती दाल दी टोकरी अते रोटियां फड़ी आउंदी है ते वो अचानक सेवादार नाल टकराउंदी है। वो सेवादार नूं भला बुरा कहती है, पर सेवादार उसनूं होर रोटी लिया के देण लई कहंदा है। पर वो कहती है कि भीड़ बहुत ज़्यादा है। वो दसदी है कि मैं तो खुद उस सेवादार विच टकराई सी ताकि होर रोटियां मिल सकन। इन्ने नूं सेवादार रोटी लैके आ जाता है। मंगती खुश हुंदी है ते सेवादार नूं असीसां दिंदी चली जाती है। एक बंदा लंगर चलाउण वाले दी जय जयकार करदा होया सेवादार दे कोल दी लंघदा है। सेवादार दे पुछण ते वो दसदा है कि कुल लांगरी ने खार नाल उसनूं रोटी नहीं सी दिती। सेवादार अगे कहता है कि मैं ही उसनूं आख्या सी, क्योंकि ये लंगर तां जरूरतमंद लोकां दे लई है, ना कि तेरे वर्गे हट्टे कट्टे लोकां लई। तुसीं खुद मेहनत करके रोटी खा सकते हो। सेवादार ने उसनूं चेतावनी दिती कि तेरी शिकायत महाराज कोल करेगा। सेवादार जानता है कि वो दरबार विच काही है। आमा काही कोल अपने पोते बारे पुछदा है। काही अगों कोड़ी बोली विच ही उत्तर दिंदा है। इन्ने पोता भी पहुँच जाता है। वो दसदा है कि लंबी दाढ़ी वाले बाबे ने उसनूं 4 मशहूरी पैसे दिते हैं अते वो एक अख तो काणा भी सी। आमा दसदा है कि वो जरूर महाराज होवेगा, क्योंकि महाराज बच्चिਆਂ ਨੂੰ बहुत प्यार करते हैं। एक बार उसने महाराज नूं पग भेंट की सी ते वो पग महाराज कई साल तक बन्नदे रहे। मुंडा लंगर विच जांदा है। वो उत्थे वेखदा है कि कोई भी रोटी लैण लई नहीं सी आ रहा। तो आमा लांगरी कोलों लंगर बारे पुछदा है। लांगरी दसदा है कि लंगर मस्ताना हो गया है। सेवादार लांगरी नूं कहंदा है कि वो इन्हां दी सेवादार लांगरी नूं कहंदा है कि वो इन्हां नूं सुक्की रसद दे दिओ। लांगरी उन्होंने एक हफ्ते
ਦੀ ਸੁੱਕੀ ਰਸਦ ਦੇ ਦਿੰਦਾ ਹੈ। ਹੁਣ ਬਾਬੇ ਕੋਲੋਂ ਚੁੱਕੀ ਨਹੀਂ ਸੀ ਜਾਂਦੀ। ਉਹ ਦੋਵੇਂ ਹੁਣ ਬਾਬੇ ਕੋਲੋਂ ਰਸਦ ਚੁੱਕੀ ਨਹੀਂ ਸੀ ਜਾਂਦੀ। ਉਹ ਦੋਵੇਂ ਚਿੰਤਿਤ ਸਨ। ਉਹ ਦੋਵੇਂ ਚਿੰਤਾ ਵਿੱਚ ਸਨ ਕਿ ਰਸਦ ਦਾ ਭਾਰ ਜ਼ਿਆਦਾ ਹੈ। ਰਸਦ ਦਾ ਭਾਰ ਜ਼ਿਆਦਾ ਹੋਣ ਕਰਕੇ ਸੇਵਾਦਾਰ ਪੰਡ ਚੁੱਕ ਕੇ ਤੁਰ ਪੈਂਦਾ ਹੈ। ਬਾਬਾ ਉਸ ਨੂੰ ਅਸੀਸਾਂ ਦਿੰਦਾ ਹੈ। ਮੁੰਡਾ ਦੱਸਦਾ ਹੈ ਕਿ ਉਹ ਉਹੀ ਕਾਣਾ ਬਾਬਾ ਹੈ ਜਿਸ ਨੇ ਮੈਨੂੰ ਪੈਸੇ ਦਿੱਤੇ ਹਨ। ਆਮਾ ਪਛਾਣ ਜਾਂਦਾ ਹੈ ਕਿ ਇਹ ਸੇਵਾਦਾਰ ਹੀ ਮਹਾਰਾਜ ਹੈ। ਉਹ ਉਸ ਨੂੰ ਦੇ ਪੈਰੀ ਡਿੱਗ ਪੈਂਦਾ ਹੈ। ਸੇਵਾਦਾਰ ਬਾਬੇ ਨੂੰ ਦੱਸਦਾ ਹੈ ਕਿ ਉਸ ਦੀ ਦਿੱਤੀ ਹੋਈ ਪੱਗ ਉਸ ਕੋਲ ਅੱਜ ਵੀ ਪਈ ਹੈ। ਸੇਵਾਦਾਰ ਉਸ ਦੇ ਨੂੰ ਬੇਫਿਕਰ ਹੋਣ ਲਈ ਕਹਿੰਦਾ ਹੈ। ਰਸਦ ਉਸ ਦੇ ਘਰ ਪਹੁੰਚ ਜਾਇਆ ਕਰੇਗੀ। ਇਹ ਸੇਵਾਦਾਰ ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸਨ। ਬਾਬਾ ਰਸਦ ਲੈ ਕੇ ਚਲਾ ਜਾਂਦਾ ਹੈ, ਪਰ ਸੇਵਾਦਾਰ ਉਹਨਾਂ ਨੂੰ ਖੜਾ ਦੇਖਦਾ ਰਹਿੰਦਾ ਹੈ। ਇਹ ਸੀ ਸਾਰ। ਹੁਣ ਲਿਖਾਂਗੇ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਹੈ ਆਪਣਾ, ਪਹਿਲਾ ਪ੍ਰਸ਼ਨ ਹੈ, ਮੰਗਤੀ ਦੀ ਕਿਸ ਨਾਲ ਟੱਕਰ ਹੋਈ ਸੀ? ਤਾਂ ਟੱਕਰ ਹੋਈ ਸੀ ਸੇਵਾਦਾਰ ਨਾਲ। ਸਰਕਾਰੀ ਕਾਹੀ ਕਦੇ ਗਰੀਬ ਨਹੀਂ ਹੋ ਸਕਦਾ। ਇਹ ਕਿਸ ਨੇ ਕਿਹਾ ਸੀ? ਸੇਵਾਦਾਰ ਨੇ। ਲੰਗਰ ਦਾ ਕੀ ਲਾਂਗਰੀ ਬੁੱਢੇ ਬਾਬੇ ਨੂੰ ਕੀ ਦਿੰਦਾ ਹੈ? ਤਾਂ ਸੁੱਕੀ ਰਸਦ ਦੇ ਦਿੰਦਾ ਹੈ। ਸੇਵਾਦਾਰ ਕੌਣ ਸੀ? ਸੇਵਾਦਾਰ ਮਹਾਰਾਜਾ ਰਣਜੀਤ ਸਿੰਘ ਸੀ। ਸੇਵਾਦਾਰ ਦਾ ਕੱਦ ਦਰਮਿਆਨਾ ਕੱਦ ਸੀ। ਦੂਜਾ ਪ੍ਰਸ਼ਨ ਹੈ, ਰੋਟੀਆਂ ਲੈ ਕੇ ਮੰਗਤੀ ਨੇ ਸੇਵਾਦਾਰ ਨੂੰ ਕੀ ਕਿਹਾ? ਭਾਈ ਤੂੰ ਬੜਾ ਚੰਗੇ ਹੈ। ਆਮੇ ਨੇ ਸੇਵਾਦਾਰ ਨੂੰ ਕੀ ਦਿੱਤੀ ਸੀ? ਪੱਗ। ਗਰੀਬ ਨਿਵਾਜ ਬਖਸ਼ੋ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਆਮੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹੇ, ਜੋ ਕਿ ਸੇਵਾਦਾਰ ਦੇ ਰੂਪ ਵਿੱਚ ਸਨ। ਸੰਖੇਪ ਉੱਤਰ। ਲੰਗਰ ਵਿੱਚੋਂ ਰੋਟੀਆਂ ਲੈਣ ਆਈ ਮੰਗਤੀ ਨੇ ਪਹਿਲਾਂ ਮਿਲੀਆਂ ਰੋਟੀਆਂ ਕਿਉਂ ਸੁੱਟ ਦਿੱਤੀਆਂ? ਲੰਗਰ ਵਿੱਚ ਰੋਟੀਆਂ ਲੈਣ ਆਈ ਮੰਗਤੀ ਸੇਵਾਦਾਰ ਵਿੱਚ ਟਕਰਾ ਕੇ ਪਹਿਲਾਂ ਵਾਲੀਆਂ ਰੋਟੀਆਂ ਹੇਠਾਂ ਸੁੱਟ ਦਿੰਦੀ ਹੈ ਤਾਂ ਜੋ ਜ਼ਿਆਦਾ ਰੋਟੀਆਂ ਉਸ ਨੂੰ ਮਿਲ ਸਕਣ। ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਕਿੰਨਾਂ ਲੋਕਾਂ ਲਈ ਚਲਾਇਆ ਸੀ? ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਗਰੀਬ, ਮੁਹਤਾਜ, ਲੂਲੇ ਲੰਗੜਿਆਂ ਅਤੇ ਬਜ਼ੁਰਗਾਂ ਲਈ ਚਲਾਇਆ ਸੀ। ਸੇਵਾਦਾਰ ਕਾਹੀ ਨੂੰ ਕੀ ਸਮਝਾਉਂਦਾ ਹੈ? ਸੇਵਾਦਾਰ ਕਾਹੀ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਮੁਫਤ ਦੀ ਰੋਟੀ ਨਹੀਂ ਖਾਣੀ ਚਾਹੀਦੀ, ਕਿਉਂਕਿ ਇਹ ਲੰਗਰ ਗਰੀਬ ਲੋਕਾਂ ਲਈ ਹੈ ਅਤੇ ਉਸ ਨੂੰ ਆਪਣੇ ਦਸਾਂ ਨੌਆਂ ਦੀ ਕਿਰਤ ਕਮਾਈ ਦਾ ਆਨੰਦ ਲੈਣਾ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰਨ ਤੋਂ ਤੇ ਕਾਹੀ ਕਿਉਂ ਦੁੱਖ ਮਹਿਸੂਸ ਕਰਦਾ ਸੀ? ਕਾਹੀ ਨੂੰ ਇਸ ਗੱਲ ਦਾ ਦੁੱਖ ਮਹਿਸੂਸ ਹੋਇਆ ਕਿਉਂਕਿ ਉਹ ਪਹਿਲਾਂ ਜੇ ਕਿਤੋਂ ਲੁੱਟ ਖਸੁੱਟ ਹੁੰਦੀ ਤਾਂ ਕਾਹੀ ਦੇ ਵੀ ਹੱਥ ਚੰਗਾ ਮਾਲ ਲੱਗਦਾ ਸੀ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ 'ਤੇ ਕਬਜ਼ਾ ਹੋ ਜਾਣ ਤੋਂ ਬਾਅਦ ਇਹ ਸਭ ਬੰਦ ਹੋ ਗਿਆ ਸੀ। ਉਸ ਨੂੰ ਸਖਤ ਮਿਹਨਤ ਕਰਕੇ ਹੀ ਜਿਹੜੀ ਛੁੱਟੀ ਮਿਲਦੀ ਸੀ।
ਆਮਾ ਮਹਾਰਾਜਾ ਰਣਜੀਤ ਸਿੰਘ ਦੇ ਕੀ ਗੁਣ ਗਾਉਂਦਾ ਹੈ। ਆਮਾ ਕਹਿੰਦਾ ਹੈ ਕਿ ਮਹਾਰਾਜਾ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ। ਉਸ ਦੀ ਦਿੱਤੀ ਪੱਗ ਮਹਾਰਾਜ ਕਈ ਸਾਲ ਬੰਨ੍ਹਦੇ ਰਹੇ। ਉਸ ਦਾ ਪਹਿਰਾਵਾ ਸਾਦਾ ਹੈ। ਉਹ ਪ੍ਰਜਾ ਪਾਲਕ ਅਤੇ ਗਰੀਬ ਨਵਾਜ ਹੋਣ ਕਰਕੇ ਆਮਾ ਗੁਣ ਗਾਉਂਦਾ ਹੈ। ਆਮਾ ਮਹਾਰਾਜਾ ਰਣਜੀਤ ਸਿੰਘ ਦੀ ਕਿਵੇਂ ਪਛਾਣ ਹੋਈ। ਆਮੇ ਦਾ ਪੋਤਾ ਦੱਸਦਾ ਹੈ ਕਿ ਇਹ ਉਹੀ ਕਾਣਾ ਬਾਬਾ ਹੈ ਜਿਸ ਨੇ ਮੈਨੂੰ ਪੈਸੇ ਦਿੱਤੇ ਸਨ, ਪਰੰਤੂ ਜਦੋਂ ਰਸਤੇ ਵਿੱਚ ਇੱਕ ਸਿੰਘ ਸੇਵਾਦਾਰ ਨੇ ਜੈ ਸ਼੍ਰੀ ਮਹਾਰਾਜ ਕਹਿੰਦਾ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਮਹਾਰਾਜ ਦੇ ਪੈਰੀਂ ਡਿੱਗ ਪੈਂਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਪਛਾਣ ਲੈਂਦਾ ਹੈ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਬਦਲਣਾ ਹੈ। ਅਣਗਿਣਤ, ਲੰਗਰ ਲੈਣ ਲਈ ਅਣਗਿਣਤ ਲੋਕ ਆਏ ਹੋਏ ਸਨ। ਲੰਗਰ, ਮਹਾਰਾਜ ਨੇ ਲੰਗਰ ਗਰੀਬ ਲੋਕਾਂ ਲਈ ਚਲਾਇਆ ਹੋਇਆ ਸੀ। ਕਾਹੀ, ਕਾਹੀ ਘਾਹ ਖੋਦ ਕੇ ਲਿਆਉਂਦਾ ਹਨ ਅਤੇ ਬਾਜ਼ਾਰ ਵਿੱਚ ਵੇਚਦੇ ਹਨ। ਭੇਸ, ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਪ੍ਰਜਾ ਦੇ ਦੁੱਖ ਸੁੱਖ ਦੀ ਸੂਹ ਲੈਂਦੇ ਸਨ। ਪ੍ਰਸ਼ਾਦਾ, ਲੰਗਰ ਅੰਦਰ ਪ੍ਰਸ਼ਾਦਾ ਦੋਵੇਂ ਹੱਥ ਜੋੜ ਕੇ ਲੈਣਾ ਚਾਹੀਦਾ ਹੈ। ਖਾਲੀ ਥਾਵਾਂ, ਹੇ ਭਾਈ ਵੇ ਭਾਈ ਤੈਨੂੰ ਦਿਸਦਾ ਨਹੀਂ, ਅੱਖਾਂ ਫੁੱਟੀਆਂ ਹੋਈਆਂ ਨੇ। ਕੋਈ ਵੀ ਨਿੱਕਾ ਮੋਟਾ ਸਰਕਾਰੀ ਮੁਲਾਜ਼ਮ ਲੰਗਰ ਵਿੱਚ ਰੋਟੀ ਨਹੀਂ ਖਾ ਸਕਦਾ। ਅੱਗੇ ਵੇਲੇ ਕੁ ਵੇਲੇ ਲੁੱਟਮਾਰ ਹੁੰਦੀ ਰਹਿੰਦੀ ਸੀ। ਭਾਈ ਜੀ ਸਾਨੂੰ ਵੀ ਮਿਲ ਜਾਓ, ਭਾਈ ਜੀ ਸਾਨੂੰ ਵੀ ਮਿਲ ਜਾਏ ਰੁੱਖਾ ਮੇਸਾ ਪ੍ਰਸ਼ਾਦਾ। ਮਾਪਿਆਂ ਨੂੰ ਪੁੱਤਰਾਂ ਦਾ ਚੇਤਾ ਭੁੱਲ ਸਕਦਾ ਹੈ। ਹੁਣ ਲਿਖੇ ਹਨ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਸ਼ਬਦ ਲਿਖੇ। ਇਹਨਾਂ ਨੂੰ ਤੁਸੀਂ ਇਸੇ ਤਰ੍ਹਾਂ ਹੀ ਲਿਖਣਾ ਹੈ। ਫਿਰ ਅੱਗੇ ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਸ਼ਬਦ ਦਿੱਤੇ ਹੈ। ਇਹਨਾਂ ਨੂੰ ਇਸੇ ਤਰ੍ਹਾਂ ਹੀ ਲਿਖਣਾ ਹੈ। ਹੇਠਾਂ ਦਿੱਤੇ ਹੇਠਾਂ ਲਿਖੇ ਪੰਜਾਬੀ ਸ਼ਬਦਾਂ ਦੇ ਜਿਹੜੇ ਸਮਾਨਾਰਥੀ ਹਿੰਦੀ ਸ਼ਬਦ ਹੈ, ਪੰਜਾਬੀ ਵਾਲੇ ਸ਼ਬਦਾਂ ਨੂੰ ਹਿੰਦੀ ਵਿੱਚ ਲਿਖਣਾ ਹੈ। ਫਿਰ ਲਾਸਟ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖਣਾ ਹੈ। ਤਾਂ ਸ਼ਬਦ ਲਿਖੇ ਤੁਹਾਡੇ ਸਾਹਮਣੇ, ਤੁਸੀਂ ਇਹਨਾਂ ਨੂੰ ਸ਼ੁੱਧ ਕਰਕੇ ਲਿਖਣਾ ਹੈ। ਤਾਂ ਆਪਣਾ 8ਵੀਂ ਕਲਾਸ ਦੇ ਜਿਹੜੇ 22 ਪਾਠ ਹੈ ਉਹ ਪੂਰੇ ਹੁੰਦੇ ਆ। ਇਹਨਾਂ 22 ਪਾਠਾਂ ਨੂੰ ਤੁਸੀਂ ਸਮੇਂ ਸਿਰ ਜਿਵੇਂ ਪਾਠ ਪੂਰਾ ਹੁੰਦਾ ਹੈ ਚੈੱਕ ਕਰਵਾਉਣਾ ਹੈ। ਧੰਨਵਾਦ।